ਆਓ ਸੁਣਦੇ ਹਾਂ ਕੁਲਵੰਤ ਸਿੰਘ ਵਿਰਖੁਣਾ ਦੀ ਲਿਖੀ ਹੋਈ ਕਹਾਣੀ ਕਸ਼ਟ ਨਿਵਾਰਨ। ਬਸ ਛੇਤੀ ਛੇਤੀ ਭਰ ਰਹੀ ਸੀ। ਇਸ ਗੱਲੋਂ ਮੈਂ ਖੁਸ਼ ਸਾਂ। ਜੇ ਝਟਪਟ ਪੂਰੀ ਭਰ ਜਾਵੇ ਤਾਂ ਕੁਝ ਮਿੰਟ ਪਹਿਲਾਂ ਹੀ ਚੱਲ ਪਵੇਗੀ। ਨਾਲੇ ਭਰੀ ਹੋਈ ਬੱਸ ਨੂੰ ਰਾਹ ਵਿੱਚ ਸਵਾਰੀਆਂ ਚੁੱਕਣ ਲਈ ਖਲੋਣਾ ਨਹੀਂ ਪੈਂਦਾ। ਮੈਂ ਛੇਤੀ ਦਿੱਲੀ ਅੱਪੜਨਾ ਚਾਹੁੰਦਾ ਸਾਂ। ਕਰਨਾਲ ਤੋਂ ਦਿੱਲੀ ਨੂੰ ਇਹ ਪਹਿਲੀ ਬੱਸ ਸੀ। ਦੁਕਾਨਾਂ ਅਤੇ ਦਫ਼ਤਰਾਂ ਦੇ ਵਕਤ ਤੋਂ ਪਹਿਲਾਂ ਅੱਪੜਾ ਦਿੰਦੀ ਸੀ। ਬਾਕੀ ਸਵਾਰੀਆਂ ਵੀ ਮੇਰੇ ਜਿੰਨੀਆਂ ਹੀ ਕਾਹਲੀਆਂ ਜਾਪਦੀਆਂ ਸਨ। ਮੇਰੇ ਨਾਲ ਇੱਕ ਢਲੀ ਉਮਰ ਦਾ ਕਿਸਾਨ ਬੈਠਾ ਸੀ। ਮੇਰਾ ਧਿਆਨ ਬੱਸ ਦੇ ਬੂਹਿਆਂ ਵਿੱਚ ਅਤੇ ਬਾਹਰਲੀ ਰੌਣਕ ਵੱਲ ਸੀ। ਮੈਂ ਉਸ ਨੂੰ ਉਦੋਂ ਹੀ ਗੌਲਿਆ ਜਦੋਂ ਮੈਨੂੰ ਪੜ੍ਹਿਆ ਲਿਖਿਆ ਵੇਖ ਕੇ ਉਸ ਗੱਲਾਂ ਪੁੱਛਣੀਆਂ ਆਰੰਭ ਦਿੱਤੀਆਂ। ਇਹ ਬੱਸ ਕਿੰਨੇ ਵਜੇ ਟੁਰੇਗੀ ਇੱਥੋਂ? 6 ਵਜੇ। ਹੁਣ ਕਿੰਨੇ ਵੱਜੇ ਨੇ? ਬਸ 6 ਵੱਜਣ ਹੀ ਵਾਲੇ ਨੇ। ਪਾਣੀਪਤ ਕਿੰਨੇ ਚਿਰ ਵਿੱਚ ਅੱਪੜ ਜਾਵੇਗੀ? ਪੌਣੇ ਘੰਟੇ 'ਚ। ਅੱਡੇ ਤੋਂ ਅਫਸਰਾਂ ਦੇ ਰਹਿਣ ਦੀ ਥਾਂ ਕਿੰਨੀ ਕੁ ਦੂਰ ਏ? ਲੱਭ ਪਏਗੀ ਮੈਨੂੰ? ਨੇੜੇ ਹੀ ਏ। ਮੈਂ ਤੈਨੂੰ ਉੱਥੇ ਦੱਸ ਦਿਆਂ। ਮੈਨੂੰ ਉਹਨਾਂ 7 ਵਜੇ ਸੱਦਿਆ ਏ। ਪਹੁੰਚ ਹੀ ਜਾਊਂ ਤੇਰੀ ਦਇਆ ਨਾਲ। ਮੈਂ ਰਾਤੀ ਅੱਡੇ ਉੱਤੇ ਆ ਗਿਆ ਸਾਂ। ਆਖਣ ਲੱਗੇ ਸਵੇਰੇ ਬੱਸ ਜਾਣੀ ਏ, ਤੂੰ ਉਸ ਉੱਤੇ ਚਲਿਆ ਜਾਈਂ, ਵੇਲੇ ਨਾਲ ਹੀ ਅੱਪੜਾ ਦੇਵੇਗੀ। ਉਸਨੇ ਦੱਸਿਆ ਕਿ ਪਾਣੀਪਤ ਉਸਦੀ ਤਰੀਕ ਸੀ। ਮੁਰੱਬਾਬੰਦੀ ਦੇ ਵੱਡੇ ਅਫਸਰ ਦੇ ਸਾਹਮਣੇ ਉਸਨੇ ਅਪੀਲ ਕੀਤੀ ਹੋਈ ਸੀ। ਅਫਸਰ ਰਹਿੰਦਾ ਤਾਂ ਅੰਬਾਲੇ ਸੀ, ਪਰ ਦੌਰੇ ਉੱਤੇ ਪਾਣੀਪਤ ਆਇਆ ਹੋਇਆ ਸੀ। ਉਸ ਇਲਾਕੇ ਵਿੱਚ ਜਿਨ੍ਹਾਂ ਨੇ ਅਪੀਲਾਂ ਕੀਤੀਆਂ ਹੋਈਆਂ ਸਨ, ਉਹਨਾਂ ਨੂੰ ਉਸਨੇ ਉੱਥੇ ਸੱਦਿਆ ਹੋਇਆ ਸੀ। ਮੈਨੂੰ ਜ਼ਮੀਨ ਭੈੜੀ ਪਾ ਦਿੱਤੀ ਨੇ, ਉਸ ਕਿਹਾ। ਕਹਿੰਦਾ ਤੇਰਾ ਕੁੜਾ ਇੱਥੇ ਹੀ ਆਉਂਦਾ ਏ। ਹੋਰ ਕਿਸ ਨੂੰ ਇੱਥੇ ਸੁੱਟੀਏ? ਮਾੜੀ ਜ਼ਮੀਨ ਸਸਤੀ ਮਿਲਦੀ ਏ, ਤੈਨੂੰ ਬਹੁਤੀ ਦੇ ਦਿੱਤੀ ਏ, ਹੋਰ ਕੀ ਚਾਹੀਦਾ ਈ? ਪਰ ਉੱਥੇ ਹੁੰਦਾ ਹੀ ਕੁਝ ਨਹੀਂ। ਮੈਂ ਬਹੁਤੀ ਨੂੰ ਕੀ ਕਰਾਂ? ਮੈਂ ਪਿੰਡ ਵਿੱਚ ਮਾੜਾ ਵਾਂ। ਮੁੰਡਾ ਵੀ ਅਜੇ ਤਗੜਾ ਕੋਈ ਨਹੀਂ। ਪਹਿਲਾਂ ਧੀਆਂ ਹੀ ਹੋਈਆਂ, ਹੁਣ ਪਿਛਲੀ ਉਮਰੇ ਮੁੰਡਾ ਹੋਇਆ ਏ, ਅਜੇ ਬਾਲ ਹੀ ਏ। ਪਿੰਡ ਵਿੱਚ ਮੇਰੀ ਕੋਈ ਹਾਮੀ ਨਹੀਂ ਭਰਦਾ। ਐਸੇ ਲਈ ਮੈਨੂੰ ਰਗੜਾ ਲੱਗ ਗਿਆ ਏ। ਹੁਣ ਵੇਖੋ ਇਹ ਅਫਸਰ ਕੀ ਮੁਕਾਂਦਾ ਏ। ਇਸ ਤੋਂ ਉੱਤੇ ਕਹਿੰਦੇ ਨੇ ਕੋਈ ਅਪੀਲ ਨਹੀਂ। ਪਰ ਮੁਰੱਬਾਬੰਦੀ ਦਾ ਤੇ ਸੁਣਿਆ ਇਹ ਕਾਨੂੰਨ ਏ ਭਈ ਜਿੱਥੇ ਕਿਸੇ ਦਾ ਵੱਡਾ ਟੋਟਾ ਹੋਵੇ ਉੱਥੇ ਹੀ ਸਾਰੀ ਭੋਏ ਇਕੱਠੀ ਕਰਨੀ ਹੁੰਦੀ ਏ। ਉਹ ਤੇ ਠੀਕ ਏ, ਪਰ ਮੇਰੇ 4 ਥਾਈਂ ਨਿੱਕੇ ਨਿੱਕੇ ਟੋਟੇ ਸਨ। ਜਿੱਥੇ ਸਭ ਤੋਂ ਮਾੜਾ ਟੋਟਾ ਸੀ ਉਹਦੇ ਨਾਲ ਲੱਗਦੀ ਸਾਰੀ ਪਾ ਦਿੱਤੀ ਨੇ। ਪਿੰਡ ਵਾਲੇ ਆਂਦੇ ਨੇ ਦੜ ਵੱਟ ਕੇ ਬੈਠਾ ਰਹੋ। ਹੁਣ ਮੁੱਢੋਂ ਸੁੱਢੋਂ ਸਾਰਾ ਪਿੰਡ ਤੁੜਾਏਗਾ, ਸਾਰਿਆਂ ਨੂੰ ਨਵੇਂ ਸਿਰੋਂ ਕਜੀਆ ਪਾਏਗਾ। ਮਸਾਂ ਅੱਗੇ ਕੰਮ ਮੁੱਕਾ ਏ। ਲੋਕਾਂ ਨੂੰ ਚੱਜ ਨਾਲ ਵਾਹੁਣ ਖਾਣ ਦੇ। ਤੂੰ ਵੀ ਅਰੂੜੀ ਘੱਟਾ ਪਾ, ਦੰਦਾਂ ਹੇਠ ਜੀਭ ਦੇ। ਸਵਾਰੇਂਗਾ ਤਾਂ ਆਪੇ ਹੌਲੀ ਹੌਲੀ ਭੋਏ ਸੌਰ ਜਾਏਗੀ। ਬਹੁਤੀ ਮਿਲ ਗਈ ਆ, ਹੋਰ ਕੀ ਲੈਣਾ ਈ? ਪਰ ਮੈਨੂੰ ਤੇ ਉਹ ਭੋਏ ਵੱਢਣ ਨੂੰ ਪੈਂਦੀ ਏ। ਵਕੀਲ ਕੀਤਾ ਹੋਇਆ ਏ, ਵੇਖੋ ਕੀ ਬਣਦਾ ਏ। ਠੀਕ ਹੀ ਹੋ ਜਾਏਗਾ। ਮੈਂ ਉਸਨੂੰ ਫੋਕਾ ਹੌਸਲਾ ਦਿੱਤਾ। ਬੱਸ ਵਿੱਚ ਹੁਣ ਬੜੀ ਭੀੜ ਹੋ ਗਈ ਸੀ, ਪਰ ਭੀੜ ਨਾਲੋਂ ਬਹੁਤੀ ਹਫੜਾ ਤਫੜੀ ਸੀ। ਅੱਜ ਸੋਮਵਾਰ ਸੀ। ਐਤਵਾਰ ਦੀ ਛੁੱਟੀ ਹੋਣ ਕਰਕੇ ਬਹੁਤ ਸਾਰੇ ਲੋਕ ਦਿੱਲੀੋਂ ਬਾਹਰ ਆਏ ਹੋਏ ਸਨ, ਜਿਹੜੇ ਹੁਣ ਛੇਤੀ ਪਰਤਣਾ ਚਾਹੁੰਦੇ ਸਨ। ਦੋਹਾਂ ਬੂਹਿਆਂ ਵਿੱਚੋਂ ਕਈ ਸਵਾਰੀਆਂ ਅੰਦਰ ਆਉਣ ਦਾ ਚਾਰਾ ਕਰ ਰਹੀਆਂ ਸਨ, ਪਰ ਅੰਦਰ ਸਾਰੀਆਂ ਸੀਟਾਂ ਮੱਲੀਆਂ ਹੋਈਆਂ ਸਨ। ਫਿਰ ਵੀ ਉਹ ਬੂਹਿਆਂ ਅੱਗੋਂ ਹਟਦੀਆਂ ਨਹੀਂ ਸਨ। ਕੋਈ ਤਗੜਾ ਆਦਮੀ ਧੌਂਸ ਦੇ ਕੇ ਅੰਦਰ ਲੰਘ ਆਉਂਦਾ, ਪਰ ਫਿਰ ਕੋਈ ਥਾਂ ਨਾ ਵੇਖ ਕੇ ਪਿਛਾਂਹ ਹੋ ਜਾਂਦਾ। ਜਿੰਨੇ ਬੇਸਬਰੇ ਬੂਹੇ ਵਿੱਚ ਖਲੋਤੇ ਲੋਕ ਅੰਦਰ ਆਉਣ ਲਈ ਸਨ, ਓਨੇ ਹੀ ਅੰਦਰ ਬੈਠੇ ਬੱਸ ਦੇ ਚੱਲਣ ਲਈ ਸਨ। ਉਹ ਕੰਡਕਟਰ ਨੂੰ ਬੱਸ ਚਲਾਉਣ ਲਈ ਵਾਜਾਂ ਮਾਰ ਰਹੇ ਸਨ। ਬਸ ਹੋਰ ਕੋਈ ਸੀਟ ਨਹੀਂ। ਕੰਡਕਟਰ ਨੇ ਟੁਰਨ ਦੀ ਤਿਆਰੀ ਕਰਕੇ ਬੂਹੇ ਵਿੱਚ ਖਲੋਤੇ ਲੋਕਾਂ ਨੂੰ ਕਿਹਾ, ਸੀਟ ਕਿਉਂ ਨਹੀਂ? ਅਸੀਂ ਟਿਕਟਾਂ ਲਈਆਂ ਹੋਈਆਂ ਨੇ। ਟਿਕਟਾਂ ਵੱਧ ਘੱਟ ਦਿੱਤੀਆਂ ਭਲਾ ਅੱਜ?
ਕੰਡਕਟਰ ਨੇ ਟਿਕਟਾਂ ਕੱਟਣ ਵਾਲੇ ਮੁਨਸ਼ੀ ਨੂੰ ਆਵਾਜ਼ ਮਾਰੀ। ਸੋਮਵਾਰੇ ਜੇ ਚੈਕਿੰਗ ਹੋ ਗਈ ਤਾਂ ਜੁਰਮਾਨਾ ਕੌਣ ਭਰੇਗਾ? ਨਹੀਂ, ਪੂਰੀਆਂ ਨੇ, ਇੱਕ ਚਿੜੀ ਦਾ ਬੋਟ ਵੱਧ ਨਹੀਂ। ਮੁਨਸ਼ੀ ਨੇ ਕਾਗਜ਼ ਪੱਤਰ ਉਸਦੇ ਹੱਥ ਫੜਾਉਂਦਿਆਂ ਜਵਾਬ ਦਿੱਤਾ। ਤਾਂ ਫਿਰ ਬਿਨਾਂ ਟਿਕਟੋਂ ਅੰਦਰ ਵੜ ਗਏ ਕਈ। ਕੰਡਕਟਰ ਨੇ ਜਿਵੇਂ ਮਾਫੀ ਮੰਗੀ ਤੇ ਫਿਰ ਉੱਚੀ ਸਾਰੀ ਜਿਵੇਂ ਬੱਸ ਦੀਆਂ ਕੰਧਾਂ ਨੂੰ ਕਿਹਾ, ਜਿਹੜੇ ਬਿਨਾਂ ਟਿਕਟਾਂ ਤੋਂ ਬੈਠੇ ਨੇ ਹੇਠਾਂ ਉਤਰ ਜਾਓ, ਟਿਕਟਾਂ ਵਾਲੇ ਵਿਚਾਰੇ ਬਾਹਰ ਖਲੋਤੇ ਨੇ। ਕੋਈ ਸਵਾਰੀ ਨਾ ਹਿੱਲੀ। ਜੇ ਟਿਕਟਾਂ ਵਾਲੀਆਂ ਸਵਾਰੀਆਂ ਬਾਹਰ ਨਾ ਵੀ ਖਲੋਤੀਆਂ ਹੁੰਦੀਆਂ ਤਾਂ ਵੀ ਬੱਸ ਚਲਾਣੀ ਔਖੀ ਸੀ। ਸੀਟਾਂ ਵਿਚਕਾਰਲਾ ਰਸਤਾ ਸਮਾਨ ਨਾਲ ਤੂੜਿਆ ਪਿਆ ਸੀ। ਇੱਕ ਬੁੱਢੀ ਇਸ ਰਸਤੇ ਵਿੱਚ ਫਰਸ਼ ਉੱਤੇ ਹੀ ਬਹਿ ਗਈ ਸੀ। ਮਾਈ ਉੱਠ ਕੇ ਸੀਟ ਉੱਤੇ ਹੋ ਜਾ, ਕੰਡਕਟਰ ਨੇ ਬੇਕਾਇਦਗੀ ਤੋਂ ਖਿੱਚ ਕੇ ਕਿਹਾ। ਵੀਰਾ, ਜੇ ਸੀਟ ਹੋਵੇ ਤਾਂ ਪੈਰਾਂ ਵਿੱਚ ਬੈਠਣ ਦਾ ਭਲਾ ਮੈਨੂੰ ਕੋਈ ਚਾਅ ਏ? ਇੱਕ ਇਸਤਰੀ ਨੇ ਆਪਣੇ 3 ਬੱਚਿਆਂ ਸਮੇਤ 2 ਸਵਾਰੀਆਂ ਵਾਲੀ ਸੀਟ ਮੱਲੀ ਹੋਈ ਸੀ। 2 ਬੱਚੇ 3 ਸਾਲ ਤੋਂ ਛੋਟੇ ਸਨ, ਇਸ ਲਈ ਟਿਕਟ ਇੱਕੇ ਦੀ ਹੀ ਸੀ। ਬੱਚਿਆਂ ਨੂੰ ਗੋਦ ਵਿੱਚ ਕਰ ਲਓ, ਅੱਧੀ ਟਿਕਟ ਲਈ ਕੋਈ ਸੀਟ ਨਹੀਂ, ਕੰਡਕਟਰ ਨੇ ਕਿਹਾ। ਇੱਕ ਬੱਚੇ ਨੂੰ ਬੁੱਢੀ ਮਾਈ ਨੇ ਗੋਦ ਵਿੱਚ ਲੈ ਲਿਆ ਅਤੇ 2 ਨੂੰ ਉਹਨਾਂ ਦੀ ਮਾਂ ਨੇ, ਅਤੇ ਇਸ ਤਰ੍ਹਾਂ ਰਸਤੇ ਵਿੱਚ ਉੱਠ ਕੇ ਬੁੱਢੀ ਸੀਟ ਉੱਤੇ ਹੋ ਗਈ। ਪਰ ਗੱਡੀ ਚੱਲਣ ਦਾ ਅਜੇ ਕੋਈ ਹਾਲ ਨਹੀਂ ਸੀ। ਬਿਨਾਂ ਟਿਕਟਾਂ ਤੋਂ ਬੈਠੇ ਲੋਕ ਉੱਠਣ ਦਾ ਨਾਂ ਨਹੀਂ ਲੈਂਦੇ ਸਨ। ਆਪਣੀਆਂ ਆਪਣੀਆਂ ਟਿਕਟਾਂ ਕੱਢੋ, ਕੰਡਕਟਰ ਨੇ ਆਵਾਜ਼ ਦਿੱਤੀ ਅਤੇ ਅੱਗੇ ਬੈਠੇ ਇੱਕ ਆਦਮੀ ਵੱਲ ਹੱਥ ਵਧਾਇਆ। ਟਿਕਟ ਤੇ ਅਜੇ ਲੈਣੀ ਏ, ਸਵਾਰੀ ਨੇ ਅਧੀਨਗੀ ਨਾਲ ਕਿਹਾ। ਹੇਠਾਂ ਉਤਰ ਕੇ ਲਓ ਫਿਰ ਪਿਛਲੀ ਗੱਡੀ ਦੀ, ਵਾਧੂ ਬੱਸ ਨੂੰ ਲੇਟ ਕਰੀ ਜਾਂਦੇ ਹੋ। ਕਿਸੇ ਪੱਤਣ ਵੀ ਲਾਣੀ ਏ, ਇਹ ਕਿ ਝਗੜੇ ਵਿੱਚ ਦਿਹਾੜੀ ਲੰਘਾ ਦੇਣੀ ਏ, ਕੰਡਕਟਰ ਨੇ ਝਾੜ ਪਾਈ। ਛੇਤੀ ਜਾਣਾ ਸੀ, ਸਮਾਨ ਉੱਤੇ ਪਿਆ ਏ। ਥੱਲੇ ਉਤਰ ਕੇ ਛੇਤੀ ਲੁਹਾ ਲਵੋ, ਨਹੀਂ ਤਾਂ ਦਿੱਲੀ ਚਲਿਆ ਜਾਊ। ਟਿਕਟ ਨਹੀਂ ਲਈ, ਕੁਝ ਨਹੀਂ ਕੀਤਾ, ਸਮਾਨ ਉੱਤੇ ਟਿਕਾ ਦਿੱਤਾ। ਬੇਟਿਕਟੀਆਂ ਸਵਾਰੀਆਂ ਨੂੰ ਕੰਨ ਹੋ ਗਏ, ਇੱਕ ਇੱਕ ਕਰਕੇ ਖਿਸਕਣ ਲੱਗੀਆਂ। ਛੱਤ ਤੋਂ ਸਮਾਨ ਲੈਣ ਦਾ ਖੜਾਕ ਸੁਣਨ ਲੱਗਾ। ਸੀਟਾਂ ਵਿਚਕਾਰ ਰਸਤੇ ਵਾਲਾ ਸਮਾਨ ਕੁਝ ਸੀਟਾਂ ਦੇ ਹੇਠ ਅਤੇ ਕੁਝ ਛੱਤ ਦੇ ਉੱਤੇ ਅਪੜਾ ਦਿੱਤਾ ਗਿਆ। ਇੱਕ ਸਵਾਰੀ ਦਾ ਫਰਕ ਰਹਿ ਗਿਆ। ਇੱਕ ਨਵੀਂ ਬੈਠੀ ਸਵਾਰੀ ਨੂੰ ਕੰਡਕਟਰ ਨੇ ਕਿਹਾ, ਤੁਸੀਂ ਆਪਣਾ ਟਿਕਟ ਵਿਖਾਓ। ਟਿਕਟ ਪਿਛਲੀ ਬੱਸ ਦਾ ਸੀ। ਲੈ ਸਾਨੂੰ ਕੀ ਪਤਾ, ਉਸੇ ਬੱਸ ਦਾ ਨੰਬਰ ਲਿਖਿਆ ਹੋਇਆ ਏ। ਹੇਠਾਂ ਉਤਰ ਕੇ ਉਹਦੇ ਵਿੱਚ ਬਹਿ ਜਾਓ, ਉਹ ਪਿੱਛੇ ਖੜੀ ਏ। ਫਿਰ ਉਸਨੇ ਬਾਰੀ ਪਿੱਛੇ ਬੈਠੇ ਮੁਨਸ਼ੀ ਨੂੰ ਕਿਹਾ, ਹੁਣੇ ਹੀ ਨਵੀਆਂ ਟਿਕਟਾਂ ਖੋਲ੍ਹ ਦਿੱਤੀਆਂ, ਸਵਾਰੀਆਂ ਇੱਧਰ ਵੜੀ ਆਉਂਦੀਆਂ ਨੇ। ਤੂੰ ਤਾਂ ਬੱਸ ਅੱਜ ਅੱਡੇ ਵਿੱਚੋਂ ਕੱਢਣੀ ਹੀ ਨਹੀਂ। ਅਸੀਂ ਸਾਰਾ ਕੰਮ ਠੱਪ ਕਰ ਦਈਏ, 5 ਮਿੰਟ ਲੇਟ ਹੋ ਗਿਆ। ਬਸ ਹੋ ਗਿਆ ਕੰਮ ਸਿੱਧਾ, ਚੱਲ ਪਏ ਹੁਣ, ਕੰਡਕਟਰ ਨੇ ਮੂੰਹ ਭੈੜਾ ਬਣਾ ਕੇ ਕਿਹਾ ਅਤੇ ਬੱਸ ਦੇ ਚੱਲਣ ਲਈ ਸੀਟੀ ਮਾਰ ਦਿੱਤੀ। ਰੋਕੇ ਰੋਕੇ, ਇੱਕ ਸੂਟ ਬੂਟ ਪਾਈ ਆਦਮੀ ਨੇ ਉੱਚੀ ਸਾਰੀ ਕਿਹਾ ਅਤੇ ਟੱਪ ਕੇ ਆਪਣੀ ਸੀਟ ਤੋਂ ਪਰਾਂ ਖੜਾ ਹੋ ਗਿਆ। ਕੀ ਗੱਲ ਹੋ ਗਈ ਏ? ਕੰਡਕਟਰ ਨੇ ਹੈਰਾਨ ਹੋ ਕੇ ਉਸ ਤੋਂ ਪੁੱਛਿਆ। ਇੱਥੇ ਕਿਸੇ ਨੇ ਉਲਟੀ ਕੀਤੀ ਹੋਈ ਏ, ਮੈਂ ਨਹੀਂ ਬੈਠ ਸਕਦਾ ਇੱਥੇ। ਪਹਿਲਾਂ ਇਸ ਥਾਂ ਨੂੰ ਸਾਫ਼ ਕਰਵਾਓ। ਉਲਟੀ ਕਿਸ ਨੇ ਕਰ ਦਿੱਤੀ? ਕੰਡਕਟਰ ਨੇ ਬੇਯਕੀਨੀ ਨਾਲ ਕਿਹਾ। ਸ਼ਾਇਦ ਕਿਸੇ ਮੁਸਾਫਰ ਨੇ ਰਾਤੀਂ ਕੀਤੀ ਸੀ, ਜਾਂ ਸਵੇਰੇ ਡੀਜ਼ਲ ਦੀ ਬੋ ਨਾਲ ਕੋਈ ਬਹਿੰਦਿਆਂ ਹੀ ਕਰਕੇ ਲਾਂਬੇ ਹੋ ਗਿਆ ਸੀ। ਮੂੰਹ ਬਾਹਰ ਕੱਢ ਕੇ ਕੰਡਕਟਰ ਨੇ ਮੁਨਸ਼ੀ ਤੋਂ ਪੁੱਛਿਆ, ਇੱਥੇ ਭੰਗੀ ਤੇ ਨਹੀਂ ਫਿਰਦਾ ਕਿਧਰੇ? ਨਹੀਂ, ਦਿਸਦਾ ਤੇ ਕੋਈ ਨਹੀਂ, ਆਉਂਦਾ ਹੀ ਹੋਣਾ ਹੈ ਕਿਧਰੇ। ਭੰਗੀ ਦੀ ਉਡੀਕ ਵਿੱਚ ਇੱਕ ਅਣਮਿੱਥੇ ਸਮੇਂ ਲਈ ਬੱਸ ਕਿਸ ਤਰ੍ਹਾਂ ਰੋਕੀ ਜਾ ਸਕਦੀ ਸੀ? ਪਰ ਇੱਕ ਟੋਰ ਵਾਲੀ ਸਵਾਰੀ ਨੂੰ ਸੀਟ ਦਿੱਤੇ ਬਿਨਾਂ ਕੰਡਕਟਰ ਬੱਸ ਟੋਰ ਵੀ ਕਿਸ ਤਰ੍ਹਾਂ ਸਕਦਾ ਸੀ? ਹੋਰ ਦੇਰ ਹੋ ਜਾਣ ਦੇ ਡਰ ਤੋਂ ਉਹ ਘਬਰਾ ਗਿਆ ਸੀ। ਸਾਰੀਆਂ ਸਵਾਰੀਆਂ ਕਾਹਲੀਆਂ ਪੈ ਰਹੀਆਂ ਸਨ, ਪਰ ਕਿਸੇ ਨੂੰ ਕੋਈ ਰਾਹ ਨਹੀਂ ਸੁੱਝਦਾ ਸੀ। ਮੇਰੇ ਕੋਲ ਬੈਠਾ ਕਿਸਾਨ ਇਹ ਤਾਂ ਸਮਝ ਗਿਆ ਕਿ ਹੁਣ ਹੋਰ ਦੇਰ ਲੱਗੇਗੀ, ਪਰ ਉਸਨੂੰ ਇਹ ਪਤਾ ਨਹੀਂ ਸੀ ਕਿ ਕਿਉਂ। ਹੁਣ ਟੋਰਦੇ ਕਿਉਂ ਨੇ? ਕੀ ਅੜਚਨ ਪੈ ਗਈ ਏ? ਉਹ ਮੈਥੋਂ ਪੁੱਛਿਆ।
ਮੇਰੇ ਉਸਨੂੰ ਦੱਸਣ ਤੋਂ ਪਹਿਲਾਂ ਹੀ ਕੰਡਕਟਰ ਨੇ ਉਸਦੇ ਨੇੜੇ ਆ ਕੇ ਕਿਹਾ, ਭਾਊ ਜ਼ਰਾ ਉੱਠੀ ਇੱਥੋਂ। ਕਿਉਂ, ਕੀ ਗੱਲ ਏ? ਕਿਸਾਨ ਨੇ ਉਤਾਹਾਂ ਉੱਠਦਿਆਂ ਹੋਇਆਂ ਪੁੱਛਿਆ। ਆ ਤੈਨੂੰ ਅੱਗੇ ਸੀਟ ਦੇ ਦੇਣਾ ਵਾਂ। ਤੇ ਉਹ ਉਸਨੂੰ ਫੜ ਕੇ ਅੱਗੇ ਲੈ ਗਿਆ। ਇਸ਼ਾਰੇ ਨਾਲ ਉਸ ਸੂਟ ਬੂਟ ਪਾਈ ਆਦਮੀ ਨੂੰ ਉਸ ਕਿਸਾਨ ਦੀ ਸੀਟ ਉੱਤੇ ਬੈਠਣ ਲਈ ਕਹਿ ਦਿੱਤਾ। ਉਲਟੀ ਵਾਲੀ ਸੀਟ ਦੇ ਕੋਲ ਜਾ ਕੇ ਕੰਡਕਟਰ ਨੇ ਕਿਹਾ, ਲੈ ਬਹਿ ਜਾ ਇੱਥੇ। ਫਿਰ ਉਸਨੇ ਖੁਸ਼ੀ ਵਿੱਚ ਜ਼ੋਰ ਦੀ ਲੰਮੀ ਸੀਟੀ ਮਾਰੀ ਅਤੇ ਬੱਸ ਚੱਲ ਪਈ। ਇਹ ਤੇ ਸੀਟ ਗੰਦੀ ਏ, ਮੈਂ ਨਹੀਂ ਬਹਿਣਾ ਇੱਥੇ, ਕਿਸਾਨ ਨੇ ਰੌਲਾ ਪਾਇਆ। ਝਟ ਕੁ ਦੰਦਾਂ ਹੇਠ ਜੀਭ ਦੇ, ਅਗਲੇ ਅੱਡੇ ਤੇ ਹੋਰ ਸੀਟ ਦੇ ਦਿਆਂਗੇ, ਕੰਡਕਟਰ ਨੇ ਨਿੰਮੀ ਜਿਹੀ ਸ਼ਰਾਰਤ ਨਾਲ ਮੁਸਕਰਾਉਂਦਿਆਂ ਹੋਇਆਂ ਕਿਹਾ। ਕਿਸੇ ਨੇ ਕੰਡਕਟਰ ਨੂੰ ਟੋਕਿਆ ਨਾ, ਸਗੋਂ ਸਾਰਿਆਂ ਨੇ ਸੁੱਖ ਦਾ ਸਾਹ ਲਿਆ। ਬੱਸ ਲੇਟ ਨਾ ਹੋਣ ਦੇਣ ਕਰਕੇ ਅਸੀਂ ਸਾਰੇ ਉਸ ਉੱਤੇ ਖੁਸ਼ ਸਾਂ। ਮਸਾਂ ਤਾਂ ਉਸ ਭੀੜ ਕੱਟਣ ਵਾਲਾ ਲੱਭਿਆ ਸੀ ਇੱਕ। ਧੰਨਵਾਦ।